ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ 12ਵੀਂ ਕਲਾਸ ਅੱਜ ਅਸੀਂ ਤੁਹਾਡੀ ਪਾਠ ਪੁਸਤਕ ਕਲਾਸ ਵੀ ਪੰਜਾਬੀ ਵਿੱਚ ਦਰਜ ਪਾਠ ਪੰਜਾਬੀ ਸੱਭਿਆਚਾਰ ਬਾਰੇ ਪੜ੍ਹਨ ਜਾ ਰਹੇ ਹਾਂ। ਔਰ ਇਸ ਪਾਠ ਨੂੰ ਪੜ੍ਹਨ ਤੋਂ ਪਹਿਲਾਂ ਅਸੀਂ ਜਿਹੜਾ ਆ ਥੋੜ੍ਹਾ ਜਿਹਾ ਲੇਖਕ ਬਾਰੇ ਗੱਲ ਕਰ ਲੈਂਦੇ ਹਾਂ। ਔਰ ਇਹ ਪਾਠ ਜਿਹੜਾ ਆ ਪੰਜਾਬੀ ਸੱਭਿਆਚਾਰ ਡਾਕਟਰ ਬਰਿੰਦਰ ਕੌਰ ਦੁਆਰਾ ਲਿਖਿਆ ਹੋਇਆ ਹੈ, ਜਿਨ੍ਹਾਂ ਦੇ ਪਿਤਾ ਦਾ ਨਾਮ ਗੁਰਦਿਆਲ ਸਿੰਘ ਔਰ ਮਾਤਾ ਦਾ ਨਾਮ ਸੁਰਜੀਤ ਕੌਰ ਹੈ। ਔਰ ਉਹਨਾਂ ਦੀ ਜੇਕਰ ਜਨਮ ਦੀ ਗੱਲ ਕਰੀਏ ਤਾਂ 12 ਅਪ੍ਰੈਲ 1996 ਦੇ ਵਿੱਚ 1966 ਜਿਹੜਾ ਅੰਮ੍ਰਿਤਸਰ ਦੇ ਵਿਖੇ ਉਹਨਾਂ ਦਾ ਜਿਹੜਾ ਜਨਮ ਹੋਇਆ ਸੀ। ਔਰ ਉਹਨਾਂ ਨੇ ਅਗਰ ਉਹਨਾਂ ਦੀ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ MA ਪੰਜਾਬੀ, MPhil, PhD, ਪੋਸਟ ਡਾਕਟਰਲ ਜਿਹੜੀ ਆ ਰਿਸਰਚ UGC ਨੈਟ ਵੀ ਦਿੱਲੀ ਵੱਲੋਂ ਜਿਹੜਾ ਉਹ ਕਲੀਅਰ ਕੀਤਾ ਹੋਇਆ ਆ। ਸੋ ਅਧਿਆਪਨ ਅਤੇ ਐਡਮਿਨਿਸਟ੍ਰੇਸ਼ਨ ਦਾ ਕੰਮ ਜਿਹੜਾ ਉਹਨਾਂ ਦਾ ਉਹ ਕਰਦੇ ਰਹੇ ਨੇ। ਔਰ ਇਸ ਪੁਸਤਕ ਦੇ ਵਿੱਚ ਜਿਹੜਾ ਉਹਨਾਂ ਦਾ ਪਾਠ ਹੈ ਪੰਜਾਬੀ ਸੱਭਿਆਚਾਰ, ਇਸ ਦੇ ਵਿੱਚ ਜਿਹੜਾ ਉਹਨਾਂ ਨੇ ਪੰਜਾਬੀ ਸੱਭਿਆਚਾਰ, ਇਸ ਤੋਂ ਇਲਾਵਾ ਉਹਦੇ ਅਰਥ ਔਰ ਉਪ ਸੱਭਿਆਚਾਰ, ਪੰਜਾਬੀ ਸੱਭਿਆਚਾਰ ਦੇ ਪਿਛੋਕੜ ਤੇ ਆ ਰਹੇ ਬਦਲਾਅ ਬਾਰੇ ਜਿਹੜੀ ਗੱਲ ਕੀਤੀ ਹੈ ਉਸ ਬਾਰੇ ਅਸੀਂ ਅੱਜ ਗੱਲ ਕਰਾਂਗੇ। ਸੋ ਸਟਾਰਟ ਕਰਦੇ ਹਾਂ ਬੇਟਾ ਜੀ। ਪੰਜਾਬੀ ਸੱਭਿਆਚਾਰ ਸਾਨੂੰ ਸਭ ਨੂੰ ਪਤਾ ਹੈ ਕਿ ਸੱਭਿਆਚਾਰ ਕੀ ਹੈ। ਕਿਸੇ ਵੀ ਖਿੱਤੇ ਕੌਮ ਦੀ ਇੱਕ ਸਮੁੱਚੀ ਜੀਵਨ ਜਾਂਚ ਦਾ ਨਾਮ ਹੈ, ਜਿਸ ਦੇ ਵਿੱਚ ਉਸਦਾ ਰਹਿਣ ਸਹਿਣ, ਉਹਦੇ ਵਿਚਾਰ, ਮਨੌਤਾਂ, ਕਦਰਾਂ ਕੀਮਤਾਂ, ਖਾਣ ਪੀਣ, ਰੀਤੀ ਰਿਵਾਜ, ਪਹਿਰਾਵਾ, ਬੋਲੀ, ਥਿੱਤ ਤਿਉਹਾਰ ਆਦਿ ਜਿਹੜੇ ਨੇ ਉਹ ਸ਼ਾਮਿਲ ਹੁੰਦੇ ਨੇ। ਔਰ ਇੱਕ ਬਾਹਰੀ ਤੌਰ 'ਤੇ ਸਾਨੂੰ ਇਹ ਬੜਾ ਸੌਖਾ ਜਿਹਾ ਵਰਤਾਰਾ ਲੱਗਦਾ ਹੈ, ਪਰ ਜਦੋਂ ਇਸ ਨੂੰ ਤੁਸੀਂ ਸਮਝਣਾ ਹੁੰਦਾ ਹੈ ਤਾਂ ਇੱਕ ਜਟਿਲ ਵਰਤਾਰੇ ਦੇ ਤੌਰ 'ਤੇ ਸਾਨੂੰ ਨਜ਼ਰ ਆਉਂਦਾ ਆ। ਜੇਕਰ ਸੱਭਿਆਚਾਰ ਦੇ ਅਰਥਾਂ ਦੀ ਗੱਲ ਕੀਤੀ ਜਾਵੇ, ਪਰਿਭਾਸ਼ਾ ਦੀ ਗੱਲ ਕੀਤੀ ਜਾਵੇ ਤਾਂ ਸੱਭਿਆਚਾਰ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਆ, ਸੱਭਿਆ ਅਤੇ ਆਚਾਰ, ਜਿਸ ਦਾ ਸੱਭਿਆ ਤੋਂ ਭਾਵ ਹੈ ਨਿਯਮਬੱਧ, ਮਤਲਬ ਸੱਭਿਅਕ, ਜਿਹਦੇ ਵਿੱਚ ਉਹ ਸਾਰੀਆਂ ਕਦਰਾਂ ਕੀਮਤਾਂ ਆਉਂਦੀਆਂ ਨੇ, ਉਹ ਸਾਰੇ ਨਿਯਮ ਆਉਂਦੇ ਨੇ ਜੋ ਇੱਕ ਸਮਾਜ ਸਾਨੂੰ ਦਿੰਦਾ ਆ। ਸੱਭਿਅਕ ਆਚਾਰ ਦਾ ਭਾਵ ਹੈ ਆਚਰਣ, ਭਾਵ ਉਹ ਚਰਿੱਤਰ ਜੋ ਸਾਰੇ ਨਿਯਮਾਂ ਦਾ ਧਾਰਨੀ ਹੁੰਦਾ ਆ। ਜਿੰਨੇ ਵੀ ਸਮਾਜ ਦੇ ਵਿੱਚ ਨਿਯਮ ਬਣਦੇ ਨੇ ਉਹਨਾਂ ਨੂੰ ਅਪਣਾਉਂਦਾ ਆ, ਉਸ ਨੂੰ ਕੀ ਕਿਹਾ ਜਾਂਦਾ ਹੈ? ਸੱਭਿਆਚਾਰ ਕਿਹਾ ਜਾਂਦਾ ਆ। ਸੋ ਸੱਭਿਆਚਾਰ ਇੱਕ ਮਨੁੱਖ ਦੀ ਜੀਵਨ ਜਾਂਚ ਹੈ, ਜਿਸ ਦੇ ਵਿੱਚ ਉਹ ਜੀਵਨ ਜਾਂਚ ਆਪਣੀ ਉਸ ਅਸੂਲਾਂ ਦੇ ਅਨੁਸਾਰ ਢਾਲਦਾ ਆ ਕੋਈ ਇਨਸਾਨ, ਜੋ ਜਿਹੜੇ ਅਸੂਲ ਨੇ ਉਹ ਸਮਾਜ ਦੁਆਰਾ ਪ੍ਰਵਾਨ ਕੀਤੇ ਗਏ ਹੁੰਦੇ ਨੇ। ਕਿਸੇ ਵੀ ਕੁਰੀਤੀ ਜਾਂ ਬੇਨਿਯਮੀ ਨੂੰ ਸੱਭਿਆਚਾਰ ਦਾ ਅੰਗ ਪ੍ਰਵਾਨਿਤ ਨਹੀਂ ਕੀਤਾ ਜਾਂਦਾ। ਸਮਾਜ ਉਸ ਚੀਜ਼ ਨੂੰ ਹੀ ਪ੍ਰਵਾਨ ਕਰਦਾ ਜੋ ਸੱਭਿਅਕ ਹੁੰਦਾ ਹੈ, ਭਾਵ ਮਨੁੱਖ ਪਸ਼ੂ ਪੁਣੇ ਤੋਂ ਉੱਪਰ ਉੱਠ ਕੇ ਜਿਹੜਾ ਇੱਕ ਸੱਭਿਅਕ ਜੀਵਨ ਨਿਰਵਾਹ ਕਰਦਾ ਹੈ, ਜਿਸ ਦੇ ਵਿੱਚ ਉਹਦਾ ਰਹਿਣ ਸਹਿਣ, ਖਾਣ ਪੀਣ ਸਭ ਕੁਛ ਆਉਂਦਾ ਆ, ਉਹਦੇ ਰਸਮ ਰਿਵਾਜ, ਉਹਦੀਆਂ ਕਦਰਾਂ ਕੀਮਤਾਂ ਸ਼ਾਮਿਲ ਹੁੰਦੀਆਂ ਨੇ। ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਉਸ ਨੂੰ ਅਸੀਂ ਸੱਭਿਆਚਾਰ ਕਹਿੰਦੇ ਹਾਂ। ਜੇਕਰ ਸੱਭਿਆਚਾਰ ਦੀ ਵੱਖਰੀ ਵੱਖਰੀ ਭਾਸ਼ਾਵਾਂ ਦੇ ਵਿੱਚ ਗੱਲ ਕੀਤੀ ਜਾਵੇ ਅਰਥਾਂ ਦੀ, ਤਾਂ ਹਿੰਦੀ ਵਿੱਚ ਸੰਸਕ੍ਰਿਤ ਸ਼ਬਦ ਦੀ ਵਰਤੋਂ ਹੋਈ ਹੈ, ਠੀਕ ਹੈ। ਔਰ ਅੰਗਰੇਜ਼ੀ ਵਿੱਚ ਇਸ ਨੂੰ ਕਲਚਰ ਕਿਹਾ ਜਾਂਦਾ ਹੈ। ਸੰਸਕ੍ਰਿਤ ਤੋਂ ਭਾਵ ਹੁੰਦਾ ਹੈ ਸਵਾਰੀ ਹੋਈ ਭਾਸ਼ਾ, ਕਲਚਰ ਦੇ ਵਿੱਚ ਟੂ ਕਲਟੀਵੇਟ ਲੈਂਡ, ਭਾਵ ਭੂਮੀ ਦੀ ਬਿਜਾਈ। ਸੋ ਸੱਭਿਆਚਾਰ ਇਸ ਤਰ੍ਹਾਂ ਦੀ ਪ੍ਰਕਿਰਿਆ ਜਿਸ ਵਿੱਚ ਮਨੁੱਖ ਆਪਣੇ ਆਪ ਨੂੰ ਢਾਲਦਾ ਆ ਔਰ ਆਪਣੇ ਆਪ ਨੂੰ ਢਾਲਣਾ ਸਿੱਖਦਾ ਆ। ਹਰ ਇੱਕ ਭਾਸ਼ਾ ਵਿੱਚ ਸੱਭਿਆਚਾਰ ਦੇ ਵੱਖ-ਵੱਖ ਸ਼ਬਦ ਵਰਤੇ ਗਏ ਨੇ, ਪਰ ਇਹਨਾਂ ਦਾ ਅਗਰ ਨਿਚੋੜ ਕੱਢਿਆ ਜਾਵੇ ਤਾਂ ਇਸ ਦਾ ਇੱਕੋ ਹੀ ਸ਼ਬਦ ਜਿਹੜਾ ਸਾਡੇ ਸਾਹਮਣੇ ਆਉਂਦਾ, ਇੱਕੋ ਹੀ ਮਤਲਬ ਸਾਡੇ ਸਾਹਮਣੇ ਆਉਂਦਾ ਆ ਕਿ ਇੱਕ ਮਨੁੱਖ ਜਿਹੜਾ ਆ ਉਹ ਸਮਾਜ ਵਿੱਚ ਰਹਿੰਦਿਆਂ ਹੋਇਆਂ ਜਿੰਨਾ ਸਮਾਜਿਕ ਲੋੜਾਂ, ਰੀਤੀ ਰਿਵਾਜਾਂ ਨੂੰ ਕਿਸੇ ਨਿਯਮ ਦੇ ਅਧੀਨ ਧਾਰਨ ਕਰਦਾ ਹੈ, ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਉਸ ਨੂੰ ਅਸੀਂ ਸੱਭਿਆਚਾਰ ਦਾ ਨਾਮ ਦਿੰਦੇ ਹਾਂ। ਇਸ ਤੋਂ ਇਲਾਵਾ ਅੱਗੇ ਅਸੀਂ ਗੱਲ ਕਰਾਂਗੇ ਕਿ ਸੱਭਿਆਚਾਰ, ਜਿਹੜਾ ਪੰਜਾਬੀ ਸੱਭਿਆਚਾਰ ਸਾਡੇ ਕੋਲ ਸੱਭਿਆਚਾਰ ਹੈ, ਉਹਦਾ ਇਤਿਹਾਸਿਕ ਪਿਛੋਕੜ ਕੀ ਹੈ। ਪਰ ਉਸ ਤੋਂ ਪਹਿਲਾਂ ਨਾਲ ਦੀ ਨਾਲ ਅਸੀਂ ਜਿਹੜਾ ਆ ਉਪ ਸੱਭਿਆਚਾਰ ਬਾਰੇ ਵੀ ਗੱਲ ਜਿਹੜੀ ਆ ਉਹ ਕਰਾਂਗੇ। ਸਾਨੂੰ ਪਤਾ ਹੈ ਕਿ ਭਾਰਤ ਦੇਸ਼ ਜਿਹੜਾ ਇੱਕ ਬਹੁਤ ਵੱਡਾ ਵਿਸ਼ਾਲ ਦੇਸ਼ ਹੈ, ਜਿਸ ਦੇ ਵਿੱਚ ਵੱਖਰੇ ਵੱਖਰੇ ਲੋਕ, ਵੱਖਰੀਆਂ ਵੱਖਰੀਆਂ ਬੋਲੀਆਂ, ਵੱਖਰੇ ਵੱਖਰੇ ਖਾਣ ਪੀਣ, ਜਿਹੜਾ ਅਨੇਕਤਾ ਵਿੱਚ ਏਕਤਾ ਦੀ ਗੱਲ ਅਸੀਂ ਵੇਖਣ ਨੂੰ ਮਿਲਦੀ ਹੈ। ਬਹੁਤ ਸਾਰੇ ਜਿਹੜੇ ਸੱਭਿਆਚਾਰ ਵਿਚਰਦੇ ਨੇ, ਪਰ ਭਾਰਤ ਦਾ ਸਮੁੱਚਾ ਸੱਭਿਆਚਾਰ ਇੱਕ ਮੁੱਖ ਸੱਭਿਆਚਾਰ ਹੈ। ਉਸ ਦੇ ਅੰਦਰ ਜਿਹੜੇ ਉਪ ਸੱਭਿਆਚਾਰ ਕੰਮ ਕਰਦੇ ਨੇ, ਭਾਵ ਜਿਹੜੇ ਰਾਜ ਨੇ ਉਹ ਰਾਜਾਂ ਦੇ ਆਧਾਰ 'ਤੇ ਬੰਗਾਲੀ, ਪੰਜਾਬੀ, ਗੁਜਰਾਤੀ, ਮਰਾਠੀ ਆਦਿ ਉਪ ਸੱਭਿਆਚਾਰ ਦਾ ਨਿਰਮਾਣ ਕਰਦੇ ਨੇ। ਉਪ ਸੱਭਿਆਚਾਰ ਕੀ ਹੁੰਦਾ ਆ? ਜਦੋਂ ਆਪੋ ਆਪਣੇ ਖਿੱਤਿਆਂ ਵਿੱਚ ਦੇ ਜਿਹੜੇ ਜਨ ਸਮੂਹ ਨੇ ਉਹਨਾਂ ਦਾ ਜਿਹੜਾ ਆਪਣਾ ਸੱਭਿਆਚਾਰ ਹੁੰਦਾ, ਉਪ ਸੱਭਿਆਚਾਰ ਅਖਵਾਉਂਦਾ ਹੈ। ਉਦਾਹਰਨ ਵਜੋਂ ਅਸੀਂ ਮੰਨਦੇ ਹਾਂ ਕਿ ਪੰਜਾਬ ਦਾ ਪੰਜਾਬੀ ਸੱਭਿਆਚਾਰ ਇੱਕ ਮੁੱਖ ਸੱਭਿਆਚਾਰ ਹੈ, ਪਰ ਜਦੋਂ ਅਸੀਂ ਜਿਹੜੇ ਇੱਥੋਂ ਦੇ ਲੋਕ ਨੇ ਉਹ ਭੂਗੋਲਿਕ ਖਿੱਤਿਆਂ ਦੇ ਆਧਾਰ 'ਤੇ ਮਾਝਾ, ਮਾਲਵਾ, ਦੁਆਬਾ ਆਦਿ ਜਿਹੜੇ ਨੇ ਉਪ ਭਾਸ਼ਾਵਾਂ ਦੇ ਆਧਾਰ 'ਤੇ ਉਪ ਸੱਭਿਆਚਾਰਾਂ ਦੇ ਆਧਾਰ 'ਤੇ ਵੰਡੇ ਜਾਂਦੇ ਨੇ, ਤਾਂ ਉੱਥੇ ਉਪ ਸੱਭਿਆਚਾਰ ਦਾ ਨਿਰਮਾਣ ਹੁੰਦਾ ਆ। ਸਮਾਜ ਵਿੱਚ ਵਿਚਰਦਿਆਂ ਨੇ ਵੱਖ-ਵੱਖ ਜਾਤਾਂ ਨੇ, ਕਿੱਤੇ ਨੇ, ਜ਼ੁਬਾਨ ਨੇ, ਧਰਮ ਦੇ ਆਧਾਰ 'ਤੇ ਜਦੋਂ ਵੱਖ-ਵੱਖ ਸਮੂਹ ਬਣ ਜਾਂਦੇ ਨੇ ਤਾਂ ਉਹ ਆਪਣਾ ਇੱਕ ਜੀਵਨ ਢੰਗ ਜਿਹੜਾ ਉਹ ਸਿਰਜ ਲੈਂਦੇ ਨੇ, ਉਹਨੂੰ ਅਸੀਂ ਕੀ ਕਹਿੰਦੇ ਹਾਂ? ਉਪ ਸੱਭਿਆਚਾਰ।
ਸੋ ਪੰਜਾਬੀ ਸੱਭਿਆਚਾਰ ਦੀ ਜੇਕਰ ਆਪਾਂ ਇਤਿਹਾਸਿਕ ਗੱਲ ਕਰੀਏ ਤਾਂ ਪੰਜਾਬੀ ਜਿਹੜੇ ਨੇ ਅੱਜ ਹਰ ਥਾਂ 'ਤੇ ਜਿਹੜੇ ਨੇ ਉਹ ਵੇਖਣ ਨੂੰ ਮਿਲਦੇ ਨੇ, ਜਿਸ ਕਰਕੇ ਜਿਹੜਾ ਭਾਰਤ ਦਾ ਸੱਭਿਆਚਾਰ ਜਦੋਂ ਅਸੀਂ ਵਿਚਾਰਦੇ ਹਾਂ, ਭਾਰਤੀ ਸੱਭਿਆਚਾਰ ਨੂੰ ਦੇਖਦੇ ਹਾਂ, ਤਾਂ ਸਭ ਤੋਂ ਪਹਿਲਾਂ ਅਸੀਂ ਜਿਹੜਾ ਪੰਜਾਬੀ ਸੱਭਿਆਚਾਰ ਉਹਦੇ ਵਿੱਚ ਵੇਖਦੇ ਹਾਂ, ਕਿਉਂਕਿ ਭਾਰਤੀ ਸੱਭਿਆਚਾਰ ਦਾ ਨਿਰਮਾਣ ਦੇ ਵਿੱਚ ਜਿਹੜਾ ਪੰਜਾਬੀ ਸੱਭਿਆਚਾਰ ਹੈ ਉਹਦਾ ਵੱਡਾ ਯੋਗਦਾਨ ਹੈ। ਸੋ ਸਭ ਤੋਂ ਪਹਿਲਾਂ ਜਿਹੜਾ ਆ ਉਹ ਭਾਰਤ ਦੇ ਵਿੱਚ ਜਿਹੜਾ ਆਰੀਆ ਜਾਤੀ ਦੇ ਲੋਕ ਜਿਹੜੇ ਸੀ ਉਹ ਆਏ ਸਨ, ਔਰ ਉਹਨਾਂ ਨੇ ਆਣ ਕੇ ਇੱਥੇ ਜਿਹੜੇ ਨੇ ਆਪਣੀ ਭਾਸ਼ਾ ਜਿਹੜੀ ਲਿਖੀ, ਵੱਡੇ ਵੱਡੇ ਗ੍ਰੰਥ ਲਿਖੇ, ਜਿਹਦੇ ਵਿੱਚੋਂ ਜਿਹੜਾ ਮੁੱਖ ਗ੍ਰੰਥ ਹੈ ਰਿਗਵੇਦ ਜਿਹੜਾ ਆ ਉਹ ਪੰਜਾਬ ਦੇ ਜਿਹੜੇ ਦਰਿਆ ਸੀ ਉਹਨਾਂ ਦੇ ਕੰਢਿਆਂ ਉੱਪਰ ਬੈਠ ਕੇ ਹੀ ਉਹਨਾਂ ਨੇ ਇਸ ਜਿਹੜੇ ਵੇਦ ਦੀ ਸੀ ਉਹ ਰਚਨਾ ਕੀਤੀ ਸੀ, ਔਰ ਉਹਦੇ ਵਿੱਚ ਸਾਨੂੰ ਪਹਿਲਾ ਪੜਾਅ ਜਿਹੜਾ ਪੰਜਾਬੀ ਸੱਭਿਆਚਾਰ ਦਾ ਵੇਖਣ ਨੂੰ ਮਿਲਦਾ ਆ। ਇਸ ਤੋਂ ਇਲਾਵਾ ਜੇਕਰ ਅਸੀਂ ਭੂਗੋਲਿਕ, ਇਤਿਹਾਸਿਕ, ਰਾਜਨੀਤਿਕ ਜਾਂ ਆਰਥਿਕਤਾ ਵੱਲ ਵੀ ਜੇਕਰ ਧਿਆਨ ਦਈਏ ਤਾਂ ਸਾਨੂੰ ਜਿਹੜਾ ਕੀ ਵੇਖਣ ਨੂੰ ਮਿਲਦਾ ਆ ਕਿ ਜਦੋਂ ਅਸੀਂ ਪੰਜਾਬ ਦੇ ਸੱਭਿਆਚਾਰ ਜਾਂ ਭਾਰਤ ਦੇ ਸੱਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਜਿਹੜਾ ਅਸੀਂ ਵੇਖਦੇ ਹਾਂ, ਕਿਉਂਕਿ ਹਿੰਦੁਸਤਾਨ ਦਾ ਨਾਮਕਰਨ ਜਿਹੜਾ ਸੀ ਕਿਵੇਂ ਹੋਇਆ ਸੀ, ਕਿਉਂਕਿ ਹਿੰਦੁਸਤਾਨ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਜਿਹੜਾ ਉਹ ਪ੍ਰਵੇਸ਼ ਦੁਆਰ ਰਿਹਾ ਆ। ਇੱਥੇ ਜਿਹੜੇ ਨੇ ਆਰੀਆ ਲੋਕ ਆਏ, ਫਿਰ ਰਿਗਵੇਦਿਕ ਜਿਹੜੀ ਕਲਚਰ ਹੈ ਉਹ ਪੈਦਾ ਹੋਇਆ, 7 ਦਰਿਆਵਾਂ ਦੀ ਧਰਤੀ ਨੂੰ ਸਪਤ ਸਿੰਧੂ ਦੇ ਨਾਲ ਨਾਲ ਜਾਣਿਆ ਗਿਆ, ਫਿਰ ਪੰਜਾਬ ਨੂੰ ਮਹਾਂਭਾਰਤ ਦੇ ਯੁੱਗ ਵਿੱਚ ਜਿਹੜਾ ਪੰਚਨਦ ਕਿਹਾ ਗਿਆ, 5 ਦਰਿਆਵਾਂ ਦੀ ਧਰਤੀ ਕਿਹਾ, ਪੰਚਨਦ ਨੂੰ ਤੋਂ ਭਾਵ ਹੁੰਦਾ ਹੈ 5 ਦਰਿਆਵਾਂ ਦੀ ਧਰਤੀ, ਫਿਰ ਜਿਹੜੇ 7 ਵਿੱਚੋਂ 5 ਦਰਿਆ ਰਹਿ ਗਏ, ਔਰ ਉਸ ਤੋਂ ਬਾਅਦ ਜਿਹੜਾ ਆ ਇੱਥੇ ਇਹ ਦੱਸਣਾ ਵੀ ਵਾਜਬ ਹੈਗਾ ਆ ਕਿ ਜਿੰਨੀਆਂ ਵੀ ਘਟਨਾਵਾਂ ਨੇ ਉਹ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਹੀ ਵਾਪਰੀਆਂ। ਜਦੋਂ ਵੀ ਅਸੀਂ ਭਾਰਤ ਦੀ ਹਿਸਟਰੀ ਦੀ ਗੱਲ ਕਰਦੇ ਹਾਂ ਜਾਂ ਭਾਰਤ ਦੇ ਇਤਿਹਾਸ ਨੂੰ ਵੇਖਦੇ ਹਾਂ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ 6ਵੀਂ 7ਵੀਂ ਜਮਾਤ ਦੇ ਵਿੱਚ ਤੁਸੀਂ ਹਿਸਟਰੀ ਦੀਆਂ ਕਿਤਾਬਾਂ ਪੜ੍ਹਦੇ ਹੋ ਬੇਟਾ ਜੀ, ਤਾਂ ਉਹਦੇ ਵਿੱਚ ਅਸੀਂ ਇੰਡਸ ਵੈਲੀ ਜਿਹੜਾ ਆ ਉਹ ਪਹਿਲਾ ਚੈਪਟਰ ਕਰਦੇ ਹਾਂ। ਉਤੋਂ ਹੀ ਸਾਨੂੰ ਜਿਹੜਾ ਆ ਪੰਜਾਬੀ ਸੱਭਿਆਚਾਰ ਜਾਂ ਭਾਰਤੀ ਸੱਭਿਆਚਾਰ ਦੇ ਵਿੱਚ ਪੰਜਾਬੀ ਸੱਭਿਆਚਾਰ ਦੀ ਹੋਂਦ ਦਾ ਪਤਾ ਲੱਗਦਾ ਹੈ ਕਿ ਪੰਜਾਬੀ ਸੱਭਿਆਚਾਰ ਜਿਹੜਾ ਆ ਭਾਰਤ ਦੇ ਸੱਭਿਆਚਾਰ ਦੇ ਵਿੱਚ ਜਿਹੜਾ ਵੇਖਿਆ ਜਾਣ ਵਾਲਾ ਸਭ ਤੋਂ ਪਹਿਲਾ ਪਹਿਲੂ ਹੈ। ਉਸ ਤੋਂ ਬਾਅਦ ਜੇ ਪਾਣਿਨੀ ਦੇ ਵੇਦੀ ਵਿਆਕਰਨ ਜਿਹੜਾ ਰਚਿਆ ਉਹ ਵੀ ਪੰਜਾਬ ਦੇ ਵਿੱਚ ਹੀ ਰਚਿਆ ਗਿਆ। ਮਹਾਨ ਜਿਹੜਾ ਤਕਸ਼ਿਲਾ ਵਿਦਿਆਲਾ ਸੀ ਉਹਦੀ ਸਥਾਪਨਾ ਵੀ ਪੰਜਾਬ ਵਿੱਚ ਹੀ ਹੋਈ ਸੀ। ਰਮਾਇਣ, ਭਗਵਦ ਗੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ, ਮਹਾਨ ਗ੍ਰੰਥਾਂ ਦੀ ਰਚਨਾ ਇੱਥੇ ਹੋਈ। ਸੋ ਇਸ ਤਰੀਕੇ ਦੇ ਨਾਲ ਸ਼ੁਰੂਆਤੀ ਦੌਰ ਤੋਂ ਲੈ ਕੇ ਉਸ ਤੋਂ ਬਾਅਦ ਜਦੋਂ ਇੱਥੇ ਸੂਫੀ ਲੋਕ ਆਏ, ਗੁਰੂ ਸਾਹਿਬ ਆਏ, ਠੀਕ ਹੈ, ਔਰ ਇੱਥੋਂ ਦੇ ਜਿਹੜਾ ਸੱਭਿਆਚਾਰ ਸੀ, ਇੱਥੋਂ ਦੇ ਜਿਹੜੇ ਭੂਗੋਲਿਕ ਜੋ ਕਿ ਰਾਜਨੀਤਿਕ ਸਥਿਤੀ ਸੀ ਉਹਦਾ ਨਕਸ਼ਾ ਬਦਲਣ ਲੱਗਾ, ਔਰ ਉਹਨਾਂ ਦੇ ਦਿੱਤੇ ਹੋਏ ਵਿਚਾਰ ਨੂੰ ਲੋਕਾਂ ਨੇ ਅਪਣਾਉਣਾ ਸ਼ੁਰੂ ਕੀਤਾ। ਉਹਨਾਂ ਦੀ ਭਾਸ਼ਾ, ਸੂਫੀ ਲੋਕਾਂ ਦੀ ਭਾਸ਼ਾ, ਸੂਫੀ ਸੰਤਾਂ ਦਾ ਇਸਲਾਮਿਕ ਪ੍ਰਭਾਵ ਸੀ ਉਹ ਵੀ ਕਿਹਨਾਂ ਨੇ ਕਬੂਲਿਆ, ਉਹ ਵੀ ਪੰਜਾਬੀਆਂ ਨੇ ਹੀ ਕਬੂਲਿਆ। ਇਸ ਤਰ੍ਹਾਂ ਤਰੀਕੇ ਨਾਲ ਜਿਹੜਾ ਅਜੋਕੀ ਪੰਜਾਬੀ ਸੱਭਿਆਚਾਰ ਹੈ, ਜਿਹੜਾ ਅਜੋਕਾ ਸੱਭਿਆਚਾਰ ਹੈ, ਉਹਦੇ ਵਿੱਚ ਜਿਹੜਾ ਇਹ ਸਾਰਾ ਕੁਝ ਰਲਿਆ ਹੋਇਆ, ਇਹ ਸਭ ਕੁਝ ਤਾਂ ਹੀ ਤਾਂ ਇਹਨੂੰ ਜਾਣੀ ਕਿ ਕਿਹਾ ਜਾਂਦਾ ਹੈ ਕਿ ਪੰਜਾਬੀ ਬੜੇ ਖੁੱਲ੍ਹੇ ਡੁੱਲੇ ਸੁਭਾਅ ਦੇ ਨੇ, ਹਰ ਇੱਕ ਚੀਜ਼ ਨੂੰ ਅਪਣਾ ਲੈਂਦੇ ਨੇ। ਪਰ ਜਿਹੜਾ ਪ੍ਰਭਾਵ ਉਹਨਾਂ ਦੁਆਰਾ ਛੱਡਿਆ ਗਿਆ ਸੂਫੀ ਲੋਕਾਂ ਦੁਆਰਾ, ਔਰ ਉਹ ਜਿਹੜਾ ਅਪਣਾ ਲਿਆ ਗਿਆ। ਉਸ ਤੋਂ ਬਾਅਦ ਅੰਗਰੇਜ਼ ਆਏ, ਅੰਗਰੇਜ਼ਾਂ ਦਾ ਜਿਹੜਾ ਖਾਣ ਪੀਣ, ਕਲਚਰ, ਪਹਿਰਾਵਾ, ਉਹਨਾਂ ਦੇ ਰੀਤੀ ਰਿਵਾਜ ਸੀ ਉਹ ਵੀ ਬੜੇ ਹੱਦ ਤੱਕ ਪੰਜਾਬੀਆਂ ਨੇ ਅਪਣਾ ਲਏ। ਫਿਰ ਪੰਜਾਬੀ ਸੱਭਿਆਚਾਰ ਵਿੱਚ ਇੱਕ ਹੋਰ ਬਦਲਾਵ ਜਿਹੜੇ ਸੀ ਉਹ ਆਏ, ਔਰ ਉਸ ਤੋਂ ਬਾਅਦ ਜਿਹੜੇ 1947 ਦੀ ਵੰਡ ਹੋਈ ਉਹਦੇ ਉੱਪਰ ਵੀ ਉਹਨੇ ਵੀ ਪੰਜਾਬੀਆਂ ਦੇ ਉੱਪਰ ਇੱਕ ਗਹਿਰਾ ਅਸਰ ਜਿਹੜਾ ਸੀ ਉਹ ਛੱਡਿਆ। ਉਹਨਾਂ ਦਾ ਜਿਹੜਾ ਰਿਸ਼ਤਾ ਪ੍ਰਬੰਧ ਸੀ ਉਹ ਟੁੱਟੇ। ਉਸ ਤੋਂ ਬਾਅਦ ਬਹੁਤ ਸਾਰੇ ਲੋਕ ਜਿਹੜੇ ਸੀ ਉਹ ਵਿਛੜ ਗਏ। ਉਸ ਤੋਂ ਬਾਅਦ 1 ਨਵੰਬਰ 1966 ਨੂੰ ਜਿਹੜਾ ਆ ਉਹ ਭਾਸ਼ਾਈ ਆਧਾਰ 'ਤੇ ਜਿਹੜਾ ਸੀ ਉਹ ਪੰਜਾਬ 3 ਹਿੱਸਿਆਂ ਵਿੱਚ ਵੰਡਿਆ ਗਿਆ, ਜਿਸ ਦੇ ਆਧਾਰ 'ਤੇ ਹਰਿਆਣਾ, ਹਿਮਾਚਲ ਰਾਜ ਪੰਜਾਬ ਦੇ ਭੂਗੋਲਿਕ ਨਕਸ਼ੇ ਤੋਂ ਸਦਾ ਦੇ ਲਈ ਬਾਹਰ ਹੋ ਗਏ। ਹੁਣ ਇਹ ਸੀ ਪੰਜਾਬ ਦੇ ਇਤਿਹਾਸ ਦੀ ਗੱਲ, ਪੰਜਾਬੀ ਸੱਭਿਆਚਾਰ ਦੇ ਇਤਿਹਾਸ ਦੀ ਗੱਲ ਕਿ ਕਿਵੇਂ ਜਿਹੜਾ ਸਾਡੇ ਕੋਲ ਜਿਹੜਾ ਪੰਜਾਬੀ ਸੱਭਿਆਚਾਰ ਹੁਣ ਸੀ, ਜਿਹੜੇ ਰੀਤੀ ਰਿਵਾਜ, ਜੋ ਭਾਸ਼ਾ ਬੋਲ ਰਹੇ ਹਾਂ, ਜੋ ਪਹਿਰਾਵਾ ਅਸੀਂ ਅਪਣਾਇਆ ਹੋਇਆ ਆ, ਇਹ ਸਿਰਫ ਜਿਹੜਾ ਆ ਪੰਜਾਬ ਦੇ ਮੂਲ ਲੋਕਾਂ ਦਾ ਨਹੀਂ, ਬਲਕਿ ਪੰਜਾਬ ਪ੍ਰਵੇਸ਼ ਦੁਆਰ ਹੋਣ ਕਰਕੇ ਇੱਥੇ ਬਹੁਤ ਸਾਰੇ ਜਿਹੜੇ ਖਿੱਤੇ ਸੀ, ਬਹੁਤ ਸਾਰੇ ਧਾਰਮਿਕ ਲੋਕ ਜਿਹੜੇ ਸੀ ਆਏ ਸੀ, ਵੱਖਰੇ ਵੱਖਰੇ ਧਰਮਾਂ ਦੇ, ਵੱਖਰੇ ਵੱਖਰੇ ਜਾਤਾਂ ਦੇ, ਜਿਨ੍ਹਾਂ ਦੀ ਭਾਸ਼ਾ, ਜਿਨ੍ਹਾਂ ਦਾ ਪਹਿਰਾਵਾ, ਜਿਨ੍ਹਾਂ ਦੀ ਜਿਹੜੀ ਬੋਲੀ ਸੀ ਉਹ ਅਪਣਾ ਲਈ ਗਈ, ਜਿਸ ਕਰਕੇ ਪੰਜਾਬੀ ਸੱਭਿਆਚਾਰ ਜਿਹੜਾ ਇੱਕ ਨਵਾਂ ਸੱਭਿਆਚਾਰ ਵਿਕਸਿਤ ਹੋ ਕੇ ਸਾਡੇ ਸਾਹਮਣੇ ਆਉਂਦਾ ਹੈ। ਹੁਣ ਕੁਝ ਪੰਜਾਬੀ ਸੱਭਿਆਚਾਰ ਜੇਕਰ ਲੱਛਣਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਸੱਭਿਆਚਾਰ ਦੇ ਕੁਝ ਲੱਛਣ ਨੇ, ਜਿਵੇਂ ਇੱਥੋਂ ਦੇ ਲੋਕ ਜਿਹੜੇ ਨੇ ਬੜੇ ਸੂਰਮੇ ਅਤੇ ਬਹਾਦਰ ਨੇ। ਇਹ ਲੋਕਾਂ ਕਿਸੇ ਦੀ ਵੀ ਜਿਹੜੀ ਉਹ ਟਹਿ ਨਹੀਂ ਮੰਨਦੇ, ਕਿਸੇ ਦਾ ਰੋਹਬ ਨਹੀਂ ਸਹਾਰਦੇ। ਪ੍ਰੋਫੈਸਰ ਪੂਰਨ ਸਿੰਘ ਨੇ ਸੱਚ ਹੀ ਕਿਹਾ ਆ ਕਿ ਜਵਾਨ ਪੰਜਾਬ ਦੇ ਮੌਤ ਨੂੰ ਕਰਨ ਮਖੌਲਾਂ, ਜਾਨ ਕੋ ਆਪਣੀ ਵਾਰ ਦਿੰਦੇ ਪਰ ਟਹਿ ਨਾ ਮੰਨਣ ਕਿਸੇ ਦੀ। ਜਿਵੇਂ ਅੱਜ ਕਿਸਾਨੀ ਦਾ ਮਸਲਾ ਆ, ਠੀਕ ਹੈ, ਔਰ ਜੋ ਸਰਕਾਰਾਂ ਸਾਨੂੰ ਕਹਿੰਦੀਆਂ ਨੇ ਕਿ ਅਸੀਂ ਆਹ ਜਿਹੜਾ ਕਾਨੂੰਨ ਉਹ ਲਾਗੂ ਕਰਨੇ ਆ, ਪਰ ਜਦੋਂ ਪੰਜਾਬੀਆਂ ਨੂੰ ਲੱਗਦਾ ਕਿ ਉਹ ਉਹਨਾਂ ਲਈ ਸਹੀ ਨਹੀਂ ਹੈ ਤੇ ਉੱਥੇ ਜਿਹੜੇ ਨੇ ਉਹ ਖੜ ਜਾਂਦੇ ਨੇ ਅੱਗੇ ਹੋ ਕੇ ਔਰ ਉਸ ਦਾ ਬਿਲਕੁਲ ਵਿਰੋਧ ਕਰਦੇ ਨੇ। ਸੋ ਇਹ ਸਭ ਕੁਝ ਚੀਜ਼ ਕਿੱਥੋਂ ਆਈ ਹੈ? ਇਹ ਸਾਡੇ ਸੱਭਿਆਚਾਰਕ ਲੱਛਣ ਹੈ, ਸਾਡੇ ਸੁਭਾਅ ਦੇ ਵਿੱਚ ਹੀ ਉਹ ਚੀਜ਼ਾਂ ਜਿਹੜੀਆਂ ਨੇ ਭਰੀਆਂ ਹੋਈਆਂ ਨੇ, ਕੁਰਬਾਨੀ ਦਾ ਜਜ਼ਬਾ ਜਿਹੜਾ ਉਹ ਭਰਿਆ ਹੋਇਆ ਹੈ। ਸੋ ਇਤਿਹਾਸ ਸਾਨੂੰ ਜਿਹੜਾ ਇਸ ਗੱਲ ਦੀ ਗਵਾਹੀ ਵੀ ਦਿੰਦਾ ਆ। ਇਸ ਤੋਂ ਇਲਾਵਾ ਪੰਜਾਬੀਆਂ ਦਾ ਕੀ ਹੈ ਕਿ ਇਹ ਕਿਸੇ ਦੇ ਅੱਗੇ ਭੀਖ ਮੰਗਣਾ ਨਹੀਂ ਮੰਗਦੇ, ਕਿਉਂਕਿ ਇਹ ਅੰਨਦਾਤਾ ਨੇ, ਅੰਨ ਦੇ ਭੰਡਾਰ ਇੱਥੇ ਖੁੱਲ੍ਹੇ ਨੇ। ਤਾਂ ਹੀ ਤਾਂ ਸ਼ੇਖ ਫਰੀਦ ਜੀ ਨੇ ਜਿਹੜਾ ਸੀ ਉਹ ਲਿਖਿਆ ਸੀ ਕਿ ਜਿਹੜਾ ਆ ਉਹ
ਫਰੀਦਾ ਬਾਹਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਇਵੇਂ ਰੱਖ ਸੀ ਜਿਉਂ ਸਰੀਰੋਂ ਲੈ, ਕਿ ਮੈਨੂੰ ਕਿਸੇ ਕੋਲੋਂ ਮੰਗਣਾ ਨਾ ਪਵੇ, ਤੇਰੇ ਦਰ ਨੂੰ ਛੱਡ ਕੇ ਕਿਸੇ ਹੋਰ ਦਰ 'ਤੇ ਨਾ ਜਾਣਾ ਪਵੇ। ਸੋ ਪੰਜਾਬੀ ਸੱਭਿਆਚਾਰ ਦਾ ਜੇਕਰ ਇੱਕ ਹੋਰ ਲੱਛਣ ਵੇਖਿਆ ਜਾਵੇ ਤਾਂ ਅਸੀਂ ਸ਼ੁਰੂ ਵਿੱਚ ਮੈਂ ਤੁਹਾਨੂੰ ਦੱਸ ਰਹੀ ਸੀ, ਪੰਜਾਬੀ ਖੁੱਲ੍ਹੇ ਡੁੱਲੇ ਸੁਭਾਅ ਦੇ ਨੇ, ਹਰ ਕਲਚਰ ਨੂੰ, ਹਰ ਸੱਭਿਆਚਾਰ ਦੇ ਲੱਛਣਾਂ ਨੂੰ ਅਪਣਾ ਲੈਂਦੇ ਨੇ। ਸੋ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਆ ਉਹ ਮਿੱਸਾਪਣ ਜਿਹੜਾ ਇਹਦਾ ਮਹੱਤਵਪੂਰਨ ਗੁਣ ਆ, ਲੱਛਣ ਹੈ, ਜੋ ਇਹਨਾਂ ਨੇ ਮੁਸਲਮਾਨਾਂ, ਅੰਗਰੇਜ਼ਾਂ ਦਾ ਜਦੋਂ ਇੱਥੇ ਕਬਜ਼ਾ ਹੋਇਆ ਸੀ ਤਾਂ ਇਹਨਾਂ ਦੇ ਜੋ ਵੀ ਉਹਨਾਂ ਨੇ ਸੱਭਿਆਚਾਰ ਦੇ ਜੋ ਵੀ ਰਲਾ ਸੀ ਉਹ ਸਾਰਾ ਕੁਛ ਆਪਣੇ ਅੰਦਰ ਰਲਾ ਲਿਆ, ਤਾਂ ਹੀ ਇਹਨੂੰ ਮਿਸਦਾ ਜਾਂ ਦਰੁਸਤ ਹਾਜ਼ਮੇ ਵਾਲਾ ਵੀ ਕਿਹਾ ਜਾਂਦਾ ਆ, ਕਿਉਂਕਿ ਉੱਥੋਂ ਦੀ ਬੋਲੀ ਵਿੱਚ, ਭਾਸ਼ਾ ਵਿੱਚ, ਪਹਿਰਾਵੇ ਵਿੱਚ, ਮਨੌਤਾਂ ਵਿੱਚ ਬਹੁਤ ਨਸਲੀ, ਬਹੁਤ ਜਾਤੀ, ਬਹੁਤ ਕੌਮੀ ਜਿਹੜਾ ਇਤਿਹਾਸ ਹੈ ਉਹ ਦੇਖਣ ਨੂੰ ਮਿਲਦਾ ਆ। ਸੋ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇੱਥੋਂ ਦੇ ਲੋਕ ਮਿਹਨਤ ਕਸ਼ੀ ਵੀ ਨੇ, ਠੀਕ ਹੈ। ਨਾਲ ਦੀ ਨਾਲ ਇੱਕ ਲੱਛਣ ਜਿਹੜਾ ਇਹ ਵੀ ਹੈ ਕਿ ਇੱਥੋਂ ਦੇ ਲੋਕ ਜਿਹੜੇ ਨੇ ਉਹ ਮਿਹਨਤ ਕਰਕੇ ਆਪਣਾ ਜੀਵਨ ਨਿਰਵਾਹ ਕਰਦੇ ਨੇ ਅਤੇ ਔਰ ਖੁਸ਼ਹਾਲੀ ਦੀਆਂ ਜਿਹੜੀਆਂ ਨਵੀਆਂ ਪੁਲਾਂਘਾਂ ਪੁੱਟਦੇ ਨੇ। ਔਰ ਇਹ ਚੀਜ਼ ਤੁਸੀਂ ਦੇਖਿਆ ਹੋਵੇਗਾ ਅੱਜ ਕੱਲ੍ਹ ਬਹੁਤ ਸਾਰੇ ਲੋਕ ਜਿਹੜੇ ਵਿਦੇਸ਼ਾਂ ਵਿੱਚ ਜਾ ਰਹੇ ਨੇ, ਉੱਥੇ ਮਿਹਨਤ ਕਰਕੇ ਆਪਣਾ ਜਿਹੜਾ ਆ ਇੱਕ ਨਵਾਂ ਚੀਜ਼ਾਂ ਜਿਹੜੀਆਂ ਉਹ ਲੈ ਕੇ ਆ ਰਹੇ ਨੇ, ਭਾਵੇਂ ਕਿ ਇਸ ਨੇ ਉਲਟਾ ਮਾੜਾ ਪ੍ਰਭਾਵ ਵੀ ਪਾਇਆ ਕਿ ਸਾਡੀਆਂ ਜਿਹੜੀਆਂ ਨੇ ਉਹ ਬਦਲਦੀਆਂ ਪਰਿਸਥਿਤੀਆਂ ਦੇ ਵਿੱਚ ਸੱਭਿਆਚਾਰਕ ਪਰਿਵਰਤਨ ਵੀ ਆਏ ਨੇ। ਵਿਦੇਸ਼ਾਂ ਵਿੱਚ ਨੌਜਵਾਨ ਜਦੋਂ ਜਾਂਦੇ ਨੇ, ਉੱਥੋਂ ਦਾ ਪੱਛਮੀ ਦੌਰ ਦੇ ਵਿੱਚ ਸੁਖਾਲਾ ਜੀਵਨ ਵੇਖ ਕੇ ਉੱਥੋਂ ਦਾ ਜਿਹੜੀਆਂ ਜੀਵਨ ਢੰਗ ਹੈ ਉਹ ਅਪਣਾ ਲੈਂਦੇ ਨੇ, ਪਰ ਨਾਲ ਦੀ ਨਾਲ ਇਹ ਵੀ ਦੇਖਣ ਨੂੰ ਮਿਲਦਾ ਕਿ ਉਹ ਪੰਜਾਬੀ ਸੱਭਿਆਚਾਰ ਨੂੰ ਗਵਾਉਂਦੇ ਨਹੀਂ ਹੈ, ਉੱਥੇ ਉਹ ਜ਼ਿਆਦਾ ਆਪਣੇ ਕਲਚਰ ਨੂੰ ਜਿਹੜਾ ਪ੍ਰਮੋਟ ਕਰਦੇ ਨੇ। ਇਸ ਤਰੀਕੇ ਦੇ ਨਾਲ ਪੰਜਾਬੀ ਸੱਭਿਆਚਾਰ ਦੇ ਵਿੱਚ ਸਮੇਂ ਦੇ ਨਾਲ ਬਦਲਾਵ ਆਉਣੇ ਸੁਭਾਵਿਕ ਨੇ, ਪਰ ਅਸਲ ਦੇ ਵਿੱਚ ਆਪਣਾ ਜਿਹੜਾ ਮੂਲ ਜੋ ਮੁਹਾਂਦਰਾ ਆ ਉਹ ਕਦੇ ਨਹੀਂ ਗਾਉਂਦਾ, ਕਿਉਂਕਿ ਪੰਜਾਬੀ ਸੱਭਿਆਚਾਰ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਪੰਜਾਬ ਦੇ ਉੱਪਰ ਬਹੁਤ ਸਾਰਿਆਂ ਹਮਲੇ ਹੋਏ, ਬਹੁਤ ਸਾਰੇ ਹਮਲਾਵਰ ਆਏ, ਬਹੁਤ ਕੁਛ ਬਦਲਿਆ, ਪਰ ਅਜੇ ਵੀ ਜਿਹੜਾ ਪੰਜਾਬੀਆਂ ਨੇ ਆਪਣਾ ਜਿਹੜਾ ਮੂਲ ਸੱਭਿਆਚਾਰ ਉਹ ਨਹੀਂ ਗਵਾਇਆ। ਉਮੀਦ ਹੈ ਸਮਝ ਆਈ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।